सतनाम श्री वाहिगुरु साहब जीओ। सोचै सोच न होवई जे सोची लख वार। चुपै चुप न होवई जे लाए रहां लिवतार। भुखिया भुख न उतरी जे बन्ना पुरियां भार। सहस सियाणपा लख होवै तां इक न चलै नाल। किव सचियारा होइए किव कूड़ै टुटै पाल। हुक्म रजाई चलना नानक लिखिया नाल। किव सचियारा होइए किव कूड़ै टुटै पाल। हुक्म रजाई चलना नानक लिखिया नाल। सोचै सोच ना होवई जे सोची लख वार। वाहिगुरु जी का खालसा वाहिगुरु जी की फतेह। परम सन्मानयोग सतगुरु महाराज की साजी नवाजी हुई गुरु खालसा साध संगत जीओ। अकाल पुरख वाहिगुरु अंतरजामी ने साडे कलयुगी जीवां दे उधार वास्ते जिथे आ पावन गुरु नानक स्वरूप धारण किया ਅਤੇ 10 ਜਾਮੇ ਹੋਰ ਧਾਰਨ ਕੀਤੇ। ਉਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਇੱਕ ਓਂਕਾਰ ਤੋਂ ਲੈ ਕੇ 18-10-20 तक 1430 ਪੰਨਿਆਂ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਔਰ ਉਹ ਸਾਰੇ ਹੀ ਉਪਦੇਸ਼ ਸਾਡੇ ਭਲੇ ਵਾਸਤੇ ਹਨ। ਮਨੁੱਖਤਾ ਦੀ ਕਲਿਆਣ ਕਰਨ ਵਾਸਤੇ ਹਨ। ਜਿਹੜਾ ਵੀ ਗੁਰਸਿੱਖ ਮਾਈ ਭਾਈ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਿੱਖਿਆ ਨੂੰ ਸੁਣਦਾ ਹੈ ਸਮਝਦਾ ਹੈ ਫਿਰ ਉਸ ਨੂੰ ਮਨ ਦੇ ਵਿੱਚ ਧਾਰਨ ਕਰਦਾ ਹੈ ਆਪਣਾ ਅਮਲੀ ਜੀਵਨ ਬਣਾ ਲੈਂਦਾ ਹੈ। ਉਸ ਉੱਤੇ ਗੁਰੂ ਪਰਮੇਸ਼ਰ ਦੀ ਰਹਿਮਤ ਹੁੰਦੀ ਹੈ। ਉਸ ਦਾ ਜੀਵਨ ਵੀ ਉਹਦੀ ਯਾਤਰਾ ਵੀ ਉਹਦਾ ਜਾਣਾ ਵੀ ਸਫਲ ਹੋ ਜਾਂਦਾ ਹੈ। ਸੋ ਆਪ ਸੰਗਤਾਂ ਨੂੰ ਇਸ ਗੱਲ ਦੀ ਬਹੁਤ ਵੱਡੀ ਪ੍ਰਸੰਨਤਾ ਹੈ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਖਾਲਸਾ ਪੰਥ ਸਾਹਿਬ ਸਤਿਗੁਰੂ ਜੁਗੋ ਜੁਗ ਅਟਲ ਸਤਿਗੁਰੂ ਚਵਰ ਤਖਤ ਛਤਰ ਦੇ ਮਾਲਕ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਪਹਿਲਾ ਪ੍ਰਕਾਸ਼ ਪੁਰਬ ਦਿਹਾੜਾ ਮਨਾ ਰਿਹਾ ਹੈ ਔਰ ਉੱਥੇ ਇਸ ਦੇ ਨਾਲ ਨਾਲ ਗੁਰਬਾਣੀ ਦੇ ਸਿਧਾਂਤ ਨੂੰ, ਗੁਰੂ ਦੀ ਸਿੱਖਿਆ ਨੂੰ, ਸ਼ਬਦ ਗੁਰੂ ਦੇ ਸਿਧਾਂਤ ਨੂੰ ਘਰ ਘਰ ਪਹੁੰਚਾਉਣ ਦੇ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਆਰੰਭ ਕੀਤੀ ਗਈ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਭ ਤੋਂ ਪਹਿਲਾਂ ਜਪਜੀ ਸਾਹਿਬ ਬਾਣੀ ਲਿਖੀ ਹੋਈ ਹੈ। ਇਸ ਲਈ ਸਿੱਖ ਪੰਥ ਦੇ ਅੰਦਰ ਜਪਜੀ ਸਾਹਿਬ ਬਾਣੀ ਨੂੰ ਪ੍ਰਧਾਨ ਬਾਣੀ ਮੰਨਿਆ ਗਿਆ ਹੈ। ਜਿਤਨੇ ਵੀ ਮਹਾਂਪੁਰਖ ਗੁਰੂ ਨਾਨਕ ਕਾਲ ਤੋਂ ਲੈ ਕੇ ਹੁਣ ਤੱਕ ਹੋਏ ਹਨ ਔਰ ਉਹਨਾਂ ਨੇ ਇਸ ਬਾਣੀ ਨੂੰ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਅਨੇਕਾਂ ਵਾਰ ਪੜ੍ਹਿਆ ਹੈ, ਅਨੇਕਾਂ ਵਾਰ ਸੁਣਿਆ ਹੈ, ਅਨੇਕਾਂ ਵਾਰ ਵਿਚਾਰਿਆ ਹੈ। ਕੁਝ ਐਸੇ ਵੀ ਮਹਾਂਪੁਰਖ ਹੋਏ ਜਿਨ੍ਹਾਂ ਨੇ ਹਰ ਰੋਜ਼ ਇਸ ਬਾਣੀ ਦੇ ਇੱਕ ਤੋਂ ਵਧੇਕ ਪਾਠ ਵੀ ਕੀਤੇ। ਸ਼੍ਰੀਮਾਨ ਸੰਤ ਬਾਬਾ ਖਜ਼ਾਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ 1.25 ਲੱਖ ਜਪਜੀ ਸਾਹਿਬ ਬਾਣੀ ਦਾ ਪਾਠ ਕੀਤਾ ਸੀ। ਹਰ ਰੋਜ਼ 51 ਪਾਠ ਜਪਜੀ ਸਾਹਿਬ ਜੀ ਦੇ ਹੋਰ ਨਿਤਨੇਮ ਤੋਂ ਵੱਖਰੇ ਕਰਦੇ ਸਨ। ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ, ਜੋ ਬਾਬਾ ਖਜ਼ਾਨ ਸਿੰਘ ਜੀ ਦੇ ਵੱਡੇ ਸਪੁੱਤਰ ਸਨ, ਉਹਨਾਂ ਨੇ ਆਪਣੇ ਨਾਲ ਦੇ ਜਥੇ ਦੇ ਸਿੰਘਾਂ ਪਾਸੋਂ ਕਈ ਵਾਰ ਹਰ ਰੋਜ਼ 101 ਜਪਜੀ ਸਾਹਿਬ ਜੀ ਦੇ ਪਾਠ ਕਰਵਾਏ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਜਥੇ ਵਿੱਚ ਵੀ ਅਨੇਕਾਂ ਉਹ ਸਿੰਘ ਗੁਰਮੁਖ ਪਿਆਰੇ ਰਹਿੰਦੇ ਸਨ, ਜਿਹੜੇ ਜਪਜੀ ਸਾਹਿਬ ਜੀ ਦੇ ਕੋਈ 5 ਪਾਠ ਕਰਦਾ, ਕੋਈ 11 ਪਾਠ ਕਰਦਾ, ਕੋਈ 25 ਪਾਠ ਕਰਦਾ, ਕੋਈ 51 ਪਾਠ ਕਰਦਾ, ਕੋਈ 101 ਵੀ ਪਾਠ ਕਰਨ ਵਾਲੇ ਗੁਰਮੁਖ ਪਿਆਰੇ ਸਨ। ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦਾ ਵੀ ਰੋਜ਼ਾਨਾ ਦਾ ਇਹ ਨਿਤਨੇਮ ਸੀ। ਜਦੋਂ ਉਹ ਆਪਣੇ ਘਰ ਦੇ ਵਿੱਚ ਕਿਰਤ ਕਰਦੇ ਸਨ, ਹਲ ਵਾਹੁੰਦੇ ਸਨ, ਉਸ ਵੇਲੇ ਜਪਜੀ ਸਾਹਿਬ ਬਾਣੀ ਦੇ ਪਾਠ ਕਰਦੇ ਸਨ। ਇਹ ਵੀ ਸੁਣਨ ਵਿੱਚ ਆਇਆ ਹੈ, ਮਹਾਂਪੁਰਖ ਹੋਰ ਨਿਤਨੇਮ ਤੋਂ ਇਲਾਵਾ 25 ਜਪਜੀ ਸਾਹਿਬ ਜੀ ਦੇ ਪਾਠ ਹਰ ਰੋਜ਼ ਕਰਿਆ ਕਰਦੇ ਸਨ। ਇਸ ਲਈ ਇਹ ਬਾਣੀ ਐਸੀ ਪਵਿੱਤਰ ਬਾਣੀ ਹੈ ਜਿਸ ਨੂੰ ਹਰ ਇੱਕ ਮਹਾਂਪੁਰਖ ਨੇ ਬਹੁਤ ਪ੍ਰੇਮ ਦੇ ਨਾਲ ਪੜ੍ਹਿਆ ਹੈ। ਮਹਾਂਪੁਰਖ ਇਹ ਵੀ ਦੱਸਦੇ ਸਨ ਕਿ ਇਹ ਬਾਣੀ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਵੀ ਸਹਾਇਕ ਹੈ ਔਰ ਇਹ ਬਾਣੀ ਜਪਜੀ ਸਾਹਿਬ
ਸੱਚਖੰਡ ਦੇ ਵਿੱਚ ਪਹੁੰਚਾਉਣ ਦਾ ਵੀ ਇੱਕ ਵਸੀਲਾ ਹੈ। ਮਹਾਂਪੁਰਖ ਭਾਈ ਮੰਝ ਜੀ ਦੀ ਸਾਖੀ ਸੁਣਾਉਂਦੇ ਸਨ ਤੇ ਨਾਲ ਹੀ ਇਸ ਗੱਲ ਦਾ ਵਿਸ਼ੇਸ਼ ਕਰਕੇ ਜ਼ਿਕਰ ਕਰਦੇ ਸਨ। ਭਾਈ ਮੰਝ ਜੋ ਮਾਈਕੀਆਂ ਕੰਗਾਂ ਹੁਸ਼ਿਆਰਪੁਰ ਦੇ ਵਿੱਚ ਪਿੰਡ ਪੈਂਦਾ, ਉੱਥੋਂ ਦੇ ਰਹਿਣ ਵਾਲੇ ਸਨ। ਉਹ ਵੀ ਹਮੇਸ਼ਾ ਜਪਜੀ ਸਾਹਿਬ ਜੀ ਦੇ ਪਾਠ ਕਰਿਆ ਕਰਦੇ ਸਨ। ਜਦੋਂ ਉਹਨਾਂ ਦੀ ਸੇਵਾ ਗੁਰੂ ਘਰ ਪ੍ਰਵਾਨ ਹੋਈ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਉਹਨਾਂ ਨੂੰ ਵਰਦਾਨ ਦਿੱਤਾ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਉਸ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਵੀ ਬਚਨ ਕੀਤਾ ਕਿ ਭਾਈ ਮੰਝ ਸਾਹਿਬ ਜੀ, ਤੁਹਾਨੂੰ ਅਸਾਂ ਸੱਚਖੰਡ ਦਾ ਡਿਉਢੀ ਬਰਦਾਰ ਬਣਾ ਦਿੱਤਾ। ਜਿਹੜਾ ਵੀ ਸਿੱਖ ਉੱਥੇ ਤੁਹਾਡੇ ਪਾਸ ਆਵੇ, ਤੁਸਾਂ ਉਹਦੇ ਕੋਲੋਂ ਜਪਜੀ ਸਾਹਿਬ ਜੀ ਦਾ ਪਾਠ ਸਰਵਣ ਕਰਨਾ, ਤੇ ਜਿਹੜਾ ਵੀ ਜਪਜੀ ਸਾਹਿਬ ਜੀ ਦਾ ਪਾਠ ਜ਼ੁਬਾਨੀ ਸੁਣਾ ਦੇਵੇ, ਉਹਨੂੰ ਸੱਚਖੰਡ ਦੇ ਵਿੱਚ ਜਾਣ ਦੀ ਆਗਿਆ ਦੇਣੀ ਹੈ। ਭਾਈ ਮੰਝ ਗੁਰੂ ਕੇ ਬਚਨਾਂ ਦੇ ਅਨੁਸਾਰ ਹੁਣ ਤੱਕ ਵੀ ਉੱਥੇ ਖੜਾ ਹੋਵੇਗਾ। ਜਿਹੜੇ ਗੁਰਸਿੱਖ ਮਾਈ ਭਾਈ ਰੋਜ਼ਾਨਾ ਇਸ ਬਾਣੀ ਦਾ ਪਾਠ ਕਰਦੇ ਹਨ, ਸਿਮਰਨ ਕਰਦੇ ਹਨ, ਔਰ ਉਹਨਾਂ ਨੂੰ ਹੀ ਅੱਗੇ ਸੱਚਖੰਡ ਵਿੱਚ ਜਾਣ ਦੀ ਆਗਿਆ ਮਿਲਣੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਬੌਲੀ ਸਾਹਿਬ ਤੀਰਥ ਦੀ ਸਥਾਪਨਾ ਕੀਤੀ, ਜੋ ਸਿੱਖ ਧਰਮ ਦਾ ਪਹਿਲਾ ਤੀਰਥ ਮੰਨਿਆ ਗਿਆ। ਔਰ ਉੱਥੇ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇਹ ਮਰਜ਼ਾਦਾ ਬਣਾਈ, ਜਿਹੜਾ ਵੀ ਗੁਰਸਿੱਖ ਮਾਈ ਭਾਈ ਇਸ ਬੌਲੀ ਸਾਹਿਬ ਦੀਆਂ 84 ਪੌੜੀਆਂ ਹਨ, ਇੱਕ ਇੱਕ ਪੌੜੀ ਤੇ ਇੱਕ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਸਣੇ ਕੇਸੀ ਬੌਲੀ ਸਾਹਿਬ ਦੇ ਅੰਦਰ ਚੁੱਭੇ ਮਾਰੇਗਾ। ਜਦੋਂ ਲਗਾਤਾਰ 84 ਪੌੜੀਆਂ ਤੇ 84 ਪਾਠ ਕਰਕੇ 84 ਵਾਰੀ ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰੇਗਾ ਤੇ ਉਹਦੀ 84 ਕੱਟੀ ਜਾਵੇਗੀ। ਇਹ ਜਪਜੀ ਸਾਹਿਬ ਜੀ ਦੇ ਪਾਠ ਦਾ ਮਹਾਤਮ ਹੈ। ਇਸ ਲਈ ਜਿਤਨੇ ਵੀ ਪੁਰਾਤਨ ਗੁਰਸਿੱਖ ਹੋਏ ਹਨ, ਬਾਣੀ ਤੇ ਸਾਰੀ ਹੀ ਅੰਮ੍ਰਿਤ ਰੂਪ ਹੈ, ਪਰ ਉਹਨਾਂ ਨੇ ਇਸ ਜਪਜੀ ਸਾਹਿਬ ਬਾਣੀ ਨੂੰ ਵਧੇਰੇ ਪੜ੍ਹਿਆ ਹੈ ਔਰ ਇਸ ਦੁਆਰਾ ਉਹਨਾਂ ਨੇ ਸਤਿਗੁਰੂ ਦੀਆਂ ਖੁਸ਼ੀਆਂ ਵੀ ਪ੍ਰਾਪਤ ਕੀਤੀਆਂ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਇਸ ਬਾਣੀ ਦੇ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ। ਕਮ ਸੇ ਕਮ ਹਰ ਗੁਰਸਿੱਖ ਨੂੰ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਜੀ ਦਾ ਪਾਠ ਤੇ ਜ਼ਰੂਰ ਕਰਨਾ ਚਾਹੀਦਾ ਹੈ। ਹੋ ਸਕੇ ਹੋਰ ਬਾਣੀਆਂ 5 ਬਾਣੀਆਂ ਦਾ ਵੀ ਰੋਜ਼ਾਨਾ ਪਾਠ ਕਰੇ। ਸ਼ਾਮ ਨੂੰ ਰਹਿ ਰਾਤ ਸੌਣ ਲੱਗਿਆਂ ਸੋਹਲੇ ਬਾਣੀ ਦਾ ਪਾਠ ਕਰਕੇ ਸੌਣਾ ਚਾਹੀਦਾ ਹੈ। ਜਪਜੀ ਸਾਹਿਬ ਪ੍ਰਧਾਨ ਬਾਣੀ ਹੈ। ਇਸ ਜਪਜੀ ਸਾਹਿਬ ਜੀ ਦੇ ਬਾਰੇ ਜਿਹੜੇ ਗੁਰਸਿੱਖ ਵਿਦਵਾਨ ਨੇ, ਉਹਨਾਂ ਨੇ ਇਹ ਗੱਲ ਲਿਖੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਬਾਣੀ ਜਦੋਂ 4 ਉਦਾਸੀਆਂ ਧਾਰਨ ਕਰਕੇ ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ ਸ਼੍ਰੀ ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ ਆ ਕੇ ਡੇਰਾ ਲਾਇਆ, ਉਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਬਾਣੀ ਉਚਾਰਨ ਕੀਤੀ। ਕੁਝ ਇਤਿਹਾਸਕਾਰਾਂ ਦਾ ਇਹ ਵੀ ਮਤ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸੁਮੇਰ ਪਰਬਤ ਤੇ ਗਏ, ਉੱਥੇ ਸਿੱਧਾਂ ਦੇ ਨਾਲ
ਗੋਸ਼ਟ ਹੋਈ ਔਰ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਬਾਣੀ ਉਚਾਰਨ ਕੀਤੀ। ਤੀਸਰਾ ਵਿਦਵਾਨਾਂ ਦਾ ਇਹ ਵੀ ਮਤ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸੱਚਖੰਡ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਗਏ ਤੇ ਅਕਾਲ ਪੁਰਖ ਦੇ ਸਨਮੁਖ ਹਾਜ਼ੂਰ ਨੇ ਇਹ ਸਾਰੀ ਬਾਣੀ ਉਚਾਰਨ ਕੀਤੀ। ਸੋ ਰਹੁ ਵਿਚਾਰ ਇਹ ਵਿਦਵਾਨਾਂ ਦੇ ਆਪਣੇ ਖਿਆਲ ਨੇ, ਆਪਣੇ ਮਤ ਨੇ, ਆਪਣੇ ਵਿਚਾਰ ਨੇ, ਪਰ ਇਹ ਗੱਲ ਤੇ ਸਪਸ਼ਟ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ ਪਵਿੱਤਰ ਬਾਣੀ ਸਾਰੇ ਜੀਵਾਂ ਦਾ ਉਧਾਰ ਕਰਨ ਵਾਲੀ ਹੈ। ਇਹਦਾ ਉਪਦੇਸ਼ ਸਰਬ ਸਾਂਝਾ ਹੈ। ਜਦੋਂ ਇਸ ਦੇ ਵਿਚਲੇ ਅਰਥਾਂ ਨੂੰ, ਸਿਧਾਂਤਾਂ ਨੂੰ, ਗੁਰਬਾਣੀ ਦੇ ਭਾਵਾਂ ਨੂੰ ਵਿਚਾਰਦੇ ਹਾਂ ਤਾਂ ਕੁਝ ਐਸੇ ਵੀ ਉਪਦੇਸ਼ ਹਨ ਜਿਹੜੇ ਗੁਰਸਿੱਖਾਂ ਨੂੰ ਸੰਬੋਧਨ ਕਰਕੇ ਬਖਸ਼ਿਸ਼ ਕੀਤੇ ਗਏ ਹਨ। ਕੁਝ ਐਸੇ ਵੀ ਉਪਦੇਸ਼ ਨੇ ਜਿਹੜੇ ਯੋਗੀਆਂ ਦੇ ਪਰਥਾਏ ਉਚਾਰਨ ਕੀਤੇ ਦੱਸੇ ਜਾਂਦੇ ਹਨ, ਜਿਵੇਂ ਕਿ ਸੋਦਰ ਤੋਂ ਅੱਗੇ 4 ਪੌੜੀਆਂ ਹਨ, ਮੁੰਦਾ ਸੰਤੋਖ ਸਰਮ ਪਦ ਝੋਲੀ। ਉਹ ਉਹਨਾਂ ਯੋਗੀਆਂ ਦੇ ਸਿੱਧਾ ਨਾਥਾਂ ਦੇ ਪਰਥਾਏ ਉਚਾਰਨ ਕੀਤੇ ਮੰਨੇ ਗਏ ਹਨ। ਪਰ ਜਦੋਂ ਆਪਾਂ ਇਸ ਗੁਰਬਾਣੀ ਦੀ ਬਣਤਰ ਬਾਰੇ ਵਿਚਾਰ ਕਰਦੇ ਹਾਂ ਤਾਂ ਸਾਨੂੰ ਇਤਿਹਾਸ ਵਿੱਚੋਂ ਇੱਕ ਐਸਾ ਹਵਾਲਾ ਮਿਲਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਾਣੀ ਤਾਂ ਪਹਿਲਾਂ ਹੀ ਉਚਾਰਨ ਕੀਤੀ ਹੋਈ ਸੀ, ਪਰ ਜਿਸ ਤਰਤੀਬ ਦੇ ਨਾਲ ਇਹ ਲਿਖੀ ਗਈ ਹੈ ਜਾਂ ਜਿਸ ਨੂੰ ਆਪਾਂ ਪੜ੍ਹਦੇ ਹਾਂ, ਇਸ ਰੂਪ ਦੇ ਵਿੱਚ ਇਹ ਬਾਣੀ ਨਹੀਂ ਸੀ। ਪਹਿਲਾਂ ਵੱਖੋ ਵੱਖਰੀਆਂ ਪੌੜੀਆਂ ਉਚਾਰਨ ਤੇ ਹੋ ਗਈਆਂ ਸਨ, ਪਰ ਜੋ ਉਹਨਾਂ ਨੂੰ ਤਰਤੀਬ ਦਿੱਤੀ ਗਈ ਉਹ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਅੰਦਰ ਸਤਿਗੁਰੂ ਨੇ ਆਪ ਦਵਾਈ ਹੈ। ਜਨਮ ਸਾਖੀ ਮਿਹਰਬਾਨ ਜੋ ਪ੍ਰਿਥੀਏ ਦਾ ਪੁੱਤਰ ਸੀ ਔਰ ਉਸ ਨੇ ਉਹਦੇ ਵਿੱਚ ਇਹ ਗੱਲ ਲਿਖੀ ਹੈ, ਇੱਕ ਦਿਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ, ਜੋ ਬਾਅਦ ਵਿੱਚ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਣੇ, ਜਿਨ੍ਹਾਂ ਦਾ 500 ਸਾਲਾ ਪ੍ਰਕਾਸ਼ ਦਿਹਾੜਾ ਇਸ ਸਾਲ ਸੰਗਤਾਂ ਨੇ ਖਡੂਰ ਸਾਹਿਬ ਦੀ ਧਰਤੀ ਤੇ ਮਨਾਇਆ ਹੈ, ਉਹਨਾਂ ਨੂੰ ਸੰਬੋਧਨ ਕਰਕੇ ਇਹ ਸ਼ਬਦ ਆਖੇ ਸਨ, ਪੁਰਖਾ एक ऐसी सिफत करिए परमेश्वर की जिसका एक जप होए, ऐसी सिफत का जोड़ बंधिए। पुरातन पंजाबी ਉਹਦੇ ਲਿਖਣ ਤੇ ਬੋਲਣ ਦੀ ਸ਼ੈਲੀ ਹੁਣ ਦੀ ਪੰਜਾਬੀ ਨਾਲੋਂ ਵੱਖਰੀ ਸੀ। ਮਿਹਰਬਾਨ ਦੀ ਜਨਮ ਸਾਖੀ ਦੇ ਵਿੱਚੋਂ ਇਹ ਗੱਲ ਸਪਸ਼ਟ ਹੋ ਗਈ ਕਿ ਜਿਹੜੀ ਇਹ ਜਪਜੀ ਸਾਹਿਬ ਬਾਣੀ ਸੀ, ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵੱਖੋ ਵੱਖਰੇ ਸਮੇਂ ਤੇ ਉਚਾਰਨ ਕੀਤੀ ਸੀ ਤੇ ਇਸ ਬਾਣੀ ਦੀ ਤਰਤੀਬ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਅੰਦਰ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸੋਂ ਤਿਆਰ ਕਰਵਾਈ। ਇਸੇ ਹੀ ਸਿਧਾਂਤ ਦੀ ਪੁਸ਼ਟੀ ਕਰਦਿਆਂ ਹੋਇਆਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਦੇ ਅੰਦਰ ਲਿਖਿਆ ਹੈ, ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਹੁਕਮ ਕੀਤਾ ਤਾਂ ਉਹਨਾਂ ਗੁਰੂ ਕੇ ਬਚਨਾਂ ਤੇ ਪਹਿਰਾ ਦਿੰਦਿਆਂ ਹੋਇਆਂ ਇਹ ਸੇਵਾ ਨੂੰ ਪ੍ਰਵਾਨ ਕੀਤਾ। ਸੁਣ ਸ਼੍ਰੀ ਅੰਗਦ ਬੰਧਨ ਠਾਨੀ, ਬੀਨ ਬੀਨ ਨੀਕੇ ਗੁਰਬਾਨੀ, ਆਨ ਸੁਨਾਵਨ ਕੀਨ ਸੁਹਾਨੀ, ਤਾਵ ਜਪ ਨਾਮ ਧਰਿਓ ਗੁਣ ਖਾਨੀ। ਇਹ ਗੁਰਪ੍ਰਤਾਪ ਸੂਰਜ ਦਾ ਹਵਾਲਾ ਹੈ।
ਜਦੋਂ ਭਾਈ ਲਹਿਣੇ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਹੁਕਮ ਕੀਤਾ ਕਿ ਤੁਸੀਂ ਬਾਣੀ ਨੂੰ ਬਾ ਤਰਤੀਬ ਲਿਖੋ, ਤੇ ਗੁਰੂ ਨਾਨਕ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਤਨੇ ਵੀ ਉਚਾਰਨ ਕੀਤੀ ਹੋਈ ਸਤਿਗੁਰੂ ਦੀ ਬਾਣੀ ਸੀ ਤੇ ਉਸ ਨੂੰ ਚੁਣ ਚੁਣ ਕੇ ਤੇ ਬੜੀ ਸੋਹਣੀ ਤਰਤੀਬ ਦੇ ਨਾਲ ਲਿਖ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਆ ਕੇ ਸੁਣਾਈ, ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਇਸ ਬਾਣੀ ਦਾ ਨਾਮ ਜਪ ਰੱਖਣਾ ਕੀਤਾ। ਪੁਰਾਤਨ ਗ੍ਰੰਥਾਂ ਦੇ ਵਿੱਚ ਇਸ ਬਾਣੀ ਨੂੰ ਜਪ ਨਿਸ਼ਾਨ ਦਾ ਵੀ ਨਾਮ ਦੱਸਿਆ ਜਾਂਦਾ ਹੈ। ਔਰ ਇਸੇ ਤਰ੍ਹਾਂ ਰਹਿਤਨਾਮੇ ਦੇ ਵਿੱਚ ਇਹ ਵੀ ਬਚਨ ਆਏ ਹਨ, ਜਾਪ ਜਾਪ ਜਪੇ ਬਿਨਾ ਜੋ ਜੀਵੈ ਪ੍ਰਸਾਦ, ਸੋ ਬਿਸ਼ਟਾ ਕਾ ਕਰਮ ਹੋਏ ਜਨਮ ਗਵਾਵੇ ਬਾਦ। ਇਹਦਾ ਮਤਲਬ ਇਹ ਹੈ, ਜਪ ਤੇ ਜਾਪ, ਜਪਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਥਮ ਬਾਣੀ ਹੈ, ਜਿਸ ਨੂੰ ਪ੍ਰਧਾਨ ਬਾਣੀ ਦਾ ਦਰਜਾ ਦਿੱਤਾ ਗਿਆ ਹੈ, ਤੇ ਦੂਸਰੀ ਬਾਣੀ ਜਾਪ ਸਾਹਿਬ ਹੈ, ਜੋ 10ਮ ਗ੍ਰੰਥ ਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਲਿਖੀ ਹੋਈ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਥਮ ਬਾਣੀ ਜਪਜੀ ਸਾਹਿਬ ਹੈ, 10ਮ ਗ੍ਰੰਥ ਦੀ ਪ੍ਰਥਮ ਬਾਣੀ ਜਾਪ ਸਾਹਿਬ ਹੈ। ਕਲਗੀਧਰ ਪਾਤਸ਼ਾਹ ਨੇ ਹਰ ਗੁਰਸਿੱਖ ਨੂੰ ਇਹ ਹੁਕਮ ਕੀਤਾ ਹੈ ਕਿ ਅੰਮ੍ਰਿਤ ਵੇਲੇ ਜਪ ਜਾਪ ਦੋਨੋਂ ਬਾਣੀਆਂ ਦਾ ਪਾਠ ਕਰੇ। 5 ਬਾਣੀਆਂ ਦੇ ਅੰਦਰ ਜਪ ਤੇ ਜਾਪ ਇਹ ਪਹਿਲਾਂ ਬਾਣੀਆਂ ਆਉਂਦੀਆਂ ਨੇ। ਅੰਮ੍ਰਿਤ ਤਿਆਰ ਕਰਨ ਦੇ ਸਮੇਂ ਵੀ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪਹਿਲਾਂ ਜਪਜੀ ਸਾਹਿਬ ਬਾਣੀ ਨੂੰ ਹੀ ਪੜ੍ਹਿਆ, ਦੂਸਰੇ ਨੰਬਰ ਤੇ ਜਾਪ ਸਾਹਿਬ ਬਾਣੀ ਦਾ ਉਚਾਰਨ ਕੀਤਾ, ਤੀਸਰੇ ਨੰਬਰ ਤੇ ਸੁਦਾ ਸਵਈਏ ਉਚਾਰਨ ਕੀਤੇ, ਚੌਥੇ ਨੰਬਰ ਤੇ ਬੇਨਤੀ ਚੌਪੀ ਹਮਰੀ ਕਰੋ ਹਾਥ ਦਾ ਰੱਛਾ, ਇਹ ਚੌਪੀ ਸਾਹਿਬ ਜੀ ਦਾ ਪਾਠ ਸੰਪੂਰਨ ਕੀਤਾ, ਤੇ 5ਵੇਂ ਨੰਬਰ ਤੇ ਆਨੰਦ ਸਾਹਿਬ ਦਾ 40 ਪੌੜੀਆਂ ਸੰਪੂਰਨ ਪਾਠ ਕੀਤਾ। ਇਸ ਢੰਗ ਦੇ ਨਾਲ ਸਤਿਗੁਰੂ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਤੇ ਖਾਸ ਕਰਕੇ ਅੰਮ੍ਰਿਤਧਾਰੀ ਗੁਰਸਿੱਖ ਮਾਈ ਭਾਈ ਦੇ ਲਈ ਇਹ 5 ਬਾਣੀਆਂ ਜੋ ਅੰਮ੍ਰਿਤ ਵਿੱਚ ਪੜ੍ਹੀਆਂ ਗਈਆਂ ਸਨ, ਉਹ ਅੰਮ੍ਰਿਤ ਵੇਲੇ ਦਾ ਨਿਤਨੇਮ ਆਰੰਭ ਹੋਇਆ। ਸ਼ਾਮ ਨੂੰ ਰਾਹ ਤੇ ਸੌਣ ਲੱਗਿਆਂ ਸੋਹਿਲਾ ਇਹ ਬਾਣੀ ਪਹਿਲਾਂ ਹੀ ਪੜ੍ਹੀ ਜਾਂਦੀ ਸੀ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਰਹਿਤਨਾਮੇ ਵਿੱਚ ਇਹ ਬਚਨ ਕੀਤਾ ਵੀ ਜਿਹੜਾ ਗੁਰੂ ਦਾ ਸਿੱਖ ਜਪਜੀ ਤੇ ਜਾਪ ਸਾਹਿਬ ਤੋਂ ਬਿਨਾਂ ਜਿਹੜਾ ਵੀ ਕੋਈ ਅੰਨ ਪਾਣੀ ਛਕਦਾ ਹੈ, ਕਈਆਂ ਦਾ ਸੁਭਾਅ ਹੁੰਦਾ ਹੈ ਪਹਿਲਾਂ ਹੀ ਸਵੇਰੇ ਉੱਠ ਕੇ ਉਹ ਬੈੱਡ ਟੀ ਚਾਹੁੰਦੇ ਨੇ ਵੀ ਪਹਿਲਾਂ ਚਾਹ ਪੀਏ ਜਾਂ ਕੋਈ ਹੋਰ ਕੁਝ ਨਾਸ਼ਤਾ ਕਰ ਲਈਏ, ਪਰ ਸਤਿਗੁਰੂ ਦਾ ਹੁਕਮ ਇਹ ਹੈ, ਜੋ ਜਪ ਜਾਪ ਜਪੇ ਬਿਨਾ ਜੋ ਜੀਵੈ ਪ੍ਰਸਾਦ, ਵੀ ਜਿਹੜਾ ਜਪਜੀ ਤੇ ਜਾਪ ਸਾਹਿਬ ਭਾਵ ਇਹਨਾਂ ਬਾਣੀਆਂ ਦੇ ਪੜ੍ਹੇ ਤੋਂ ਬਿਨਾ ਜਿਹੜਾ ਵੀ ਸਿੱਖ ਕੋਈ ਵੀ ਪ੍ਰਸਾਦ ਛਕਦਾ ਹੈ, ਕੋਈ ਨਾਸ਼ਤਾ ਕਰਦਾ ਹੈ, ਕੋਈ ਪਰੌਠੇ ਖਾਂਦਾ ਹੈ, ਕੋਈ ਕੁਝ ਹੋਰ ਖਾਂਦਾ ਹੈ, ਹਜ਼ੂਰ ਕਹਿੰਦੇ ਸੋ ਬਿਸ਼ਟਾ ਕਾ ਕਰਮ ਹੋਏ ਜਨਮ ਗਵਾਵੇ ਬਾਦ, ਉਹ ਬਿਸ਼ਟਾ ਦਾ ਕੀੜਾ ਬਣਦਾ ਹੈ, ਆਪਣੇ ਜਨਮ ਨੂੰ ਵਿਅਰਥ ਗਵਾਉਂਦਾ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਨਿਯਮ ਬਣਾਉਣਾ ਚਾਹੀਦਾ ਕਿ ਅੰਮ੍ਰਿਤ ਵੇਲੇ ਕਮ ਸੇ ਕਮ ਜਪਜੀ ਸਾਹਿਬ ਦਾ ਪਾਠ ਤਾਂ ਜ਼ਰੂਰ ਕਰੇ, ਹੋ ਸਕੇ ਤਾਂ ਜਾਪ ਸਾਹਿਬ 5 ਬਾਣੀਆਂ ਪੜ੍ਹੇ, ਫਿਰ ਅੰਨ ਪਾਣੀ ਗ੍ਰਹਿਣ ਕਰੇ। ਤੇ ਜਿਹੜਾ ਗੁਰੂ ਦਾ ਸਿੱਖ ਵੀ ਸਦਾਉਂਦਾ ਹੈ, ਪਰ ਜਿਸਨੇ ਹਾਲੇ ਤੱਕ ਜਪਜੀ ਸਾਹਿਬ ਬਾਣੀ ਨੂੰ ਵੀ ਯਾਦ ਨਹੀਂ ਕੀਤਾ, ਉਹਦੇ ਬਾਰੇ ਗੁਰਪ੍ਰਤਾਪ ਸੂਰਜ ਦੇ ਅੰਦਰ ਇਹ ਬਚਨ ਆਏ ਨੇ, ਸਿੱਖ ਗੁਰੂ ਕਾ ਹੋਏ ਕੈ ਜਪਜੀ ਕੰਠ ਨਾ ਕੀਨ, ਤੰਦਲ ਬਿਨ ਤੋ ਕਾਮ ਕੇ ਤੈਸੇ ਸਿੱਖ ਕੋ ਚੀਨ। ਗੁਰੂ ਦਾ ਸਿੱਖ ਬਣ ਕੇ ਜਿਸਨੇ ਜਪਜੀ ਸਾਹਿਬ ਵੀ ਜ਼ਬਾਨੀ ਯਾਦ ਨਹੀਂ ਕੀਤਾ, ਉਹਦਾ ਤੇ ਜੀਵਨ ਇਸ ਤਰ੍ਹਾਂ ਹੀ ਹੈ, ਤੰਦਲ ਬਿਨ ਤੁਖ ਕਾਮ ਕੇ। ਤੰਦਲ ਦਾ ਅਰਥ ਹੈ ਚੌਲ, ਵੀ ਜਿਹੜੇ ਚੌਲ ਨੇ ਜੇ ਆਪਾਂ ਉਹਨਾਂ ਨੂੰ ਕੱਢ ਲਈਏ ਪਿੱਛੇ ਪਰਾਲੀ ਰਹਿ ਜਾਂਦੀ ਹੈ,
ਉਹ ਸਿੱਖ ਦਾ ਜੀਵਨ ਤੇ ਪਰਾਲੀ ਵਰਗਾ ਹੀ ਹੈ, ਭਾਵ ਫੋਕਾ ਜੀਵਨ ਹੈ। ਜਿਸ ਗੁਰਸਿੱਖ ਨੇ ਗੁਰੂ ਦਾ ਸਿੱਖ ਹੁੰਦਿਆਂ ਹੋਇਆਂ ਜਪਜੀ ਸਾਹਿਬ ਬਾਣੀ ਕੰਠ ਨਹੀਂ ਕੀਤੀ ਤੇ ਉਹਦਾ ਜੀਵਨ ਤੇ ਧਾਨ ਤੋਂ ਬਿਨਾਂ ਪਰਾਲੀ ਵਰਗਾ ਫੋਕਾ ਜੀਵਨ ਹੈ, ਖਾਲੀ ਜੀਵਨ ਹੈ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਇਹਨਾਂ ਤੋਂ ਸਿੱਖਿਆ ਤੇ ਪ੍ਰੇਰਣਾ ਲੈ ਕੇ ਹਰ ਗੁਰਸਿੱਖ ਮਾਈ ਭਾਈ ਨੂੰ ਜੇ ਬਹੁਤਾ ਨਹੀਂ ਕਮ ਸੇ ਕਮ ਅੰਮ੍ਰਿਤ ਵੇਲੇ ਜਪਜੀ ਸਾਹਿਬ ਜੀ ਦਾ ਪਾਠ ਤੇ ਜ਼ਰੂਰ ਕਰਨਾ ਚਾਹੀਦਾ ਹੈ। ਬੱਚਿਆਂ ਨੂੰ ਵੀ ਸਿਖਾਉਣਾ ਚਾਹੀਦਾ ਹੈ। ਜਪਜੀ ਸਾਹਿਬ ਜੀ ਦੀ ਇੱਕ ਇੱਕ ਪੌੜੀ ਦਾ ਏਡਾ ਵੱਡਾ ਮਹਾਤਮ ਹੈ, ਉਹ ਤੁਸੀਂ ਭਾਈ ਸਾਹਿਬ ਭਾਈ ਠਾਕਰ ਸਿੰਘ ਜੀ ਦੀ ਕੈਸਟ ਰਾਹੀਂ ਸਰਵਣ ਕਰ ਚੁੱਕੇ ਹੋ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਇਸ ਬਾਣੀ ਦੇ ਨਾਲ ਜੁੜਨਾ ਚਾਹੀਦਾ। ਇਸ ਬਾਣੀ ਦਾ ਨਾਮ ਜਪ, ਜਿਹੜਾ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮਹਾਮੰਤਰ ਅਕਾਲ ਪੁਰਖ ਨੇ ਬਖਸ਼ਿਆ, ਉਸ ਤੋਂ ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਜਪ ਲਿਖਿਆ। ਇਹ ਜਪ ਸ਼ਬਦ ਇਸ ਬਾਣੀ ਦੇ ਨਾਮ ਦਾ ਸੰਕੇਤ ਦੇ ਰਿਹਾ ਹੈ। ਇਹਦੇ ਆਰੰਭ ਦੇ ਵਿੱਚ ਸਤਿਗੁਰੂ ਨੇ ਸ਼ਲੋਕ ਲਿਖਿਆ ਹੈ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਔਰ ਇਸ ਸ਼ਲੋਕ ਤੇ ਆ ਕੇ ਮੂਲ ਮੰਤਰ ਦਾ ਸਰੂਪ ਸੰਪੂਰਨ ਹੁੰਦਾ ਹੈ। ਇਸ ਲਈ ਇਹਦੇ ਜੋ ਸਿਧਾਂਤਕ ਅਰਥ ਨੇ ਉਹ ਆਪ ਸੰਗਤਾਂ ਨੇ ਸਰਵਣ ਕਰ ਲਏ ਹਨ। ਹੁਣ ਜੋ ਅੱਗੇ ਪਹਿਲੀ ਪੌੜੀ ਜਿਹਨੂੰ ਆਪਾਂ ਕਹਿ ਦਈਏ, ਕਿਉਂਕਿ ਮੂਲ ਮੰਤਰ ਇਹ ਇੱਕ ਮੰਗਲਾਚਰਨ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਬਾਣੀ ਦੇ ਆਰੰਭ ਦੇ ਵਿੱਚ ਲਿਖਿਆ ਹੈ, ਜਿਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਹੈ। ਤੇ ਹੁਣ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਆਰੰਭ ਕਰਦੇ ਹਨ। ਪਹਿਲੀ ਪੌੜੀ ਦਾ ਅਸਲੀ ਜਿਹੜਾ ਭਾਵ ਹੈ ਉਹ ਇਹ ਹੈ, ਇਸ ਪਹਿਲੀ ਪੌੜੀ ਦੇ ਅੰਦਰ ਇੱਕ ਪੰਕਤੀ ਖਾਸ ਧਿਆਨ ਦੇਣ ਯੋਗ ਹੈ, ਜੋ ਇਹ ਸਾਰੀ ਹੀ ਵਿਚਾਰਧਾਰਾ ਨੂੰ ਆਪਣੇ ਵਿੱਚ ਸਮੋਈ ਬੈਠੀ ਹੈ। ਉਹ ਪੰਕਤੀ ਹੈ, ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ। ਇਹ ਪੰਕਤੀ ਪ੍ਰਸ਼ਨ ਰੂਪ ਪੰਕਤੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਤੁਸਾਂ ਇਹ ਗੱਲ ਮੂਲ ਮੰਤਰ ਦੇ ਵਿੱਚ ਸਮਝਾਈ ਹੈ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਦਿ ਸੱਚ ਹੈ, ਜੁਗਾਦ ਸੰਧੀ ਕਾਲਾਂ ਦੇ ਵਿੱਚ ਵੀ ਹਮੇਸ਼ਾ ਰਹਿਣ ਵਾਲਾ ਹੈ ਵੀ ਸੱਚ, ਹੁਣ ਵਰਤਮਾਨ ਕਾਲ ਦੇ ਵਿੱਚ ਵੀ ਸੱਚਾ ਹੈ, ਨਾਨਕ ਹੋਸੀ ਵੀ ਸੱਚ, ਤੇ ਉਹ ਅੱਗੇ ਲਈ ਵੀ ਹਮੇਸ਼ਾ ਲਈ ਕਾਇਮ ਦਾਇਮ ਰਹੇਗਾ। ਤੇ ਮਹਾਰਾਜ ਜਿਹੜਾ ਸੱਚ ਹੈ ਉਹਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਕਿਵ ਸਚਿਆਰਾ ਹੋਈ ਹੈ। ਸਚਿਆਰ ਦਾ ਅਰਥ ਹੋ ਗਿਆ ਸੱਚ ਦੀ ਪ੍ਰਾਪਤੀ ਵਾਲਾ। ਵੀ ਸੱਚ ਦੀ ਪ੍ਰਾਪਤੀ ਵਾਲਾ ਕਿਵੇਂ ਹੋਇਆ ਜਾ ਸਕਦਾ ਹੈ? ਭਾਵ ਸੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਕਿਵੇਂ ਹੋਇਆ ਜਾ ਸਕਦਾ ਹੈ? ਇਹਦਾ ਅੱਗੇ ਸੂਖਮ ਜਿਹਾ ਜਵਾਬ ਸਤਿਗੁਰੂ ਨੇ ਇਹ ਦੇ ਦਿੱਤਾ ਵੀ ਜਦੋਂ ਕੂੜ ਦੀ ਪਾਲ ਟੁੱਟ ਜਾਵੇ ਤੇ ਫਿਰ ਹੀ ਮਨੁੱਖ ਸਚਿਆਰ ਹੋ ਸਕਦਾ ਹੈ। ਇਹਦਾ ਮਤਲਬ ਇਹ ਹੈ, ਝੂਠ ਇੱਕ ਐਸੀ ਦੀਵਾਰ ਹੈ ਜਿਹਦੇ ਵਿੱਚ ਮਨੁੱਖ ਦੀ ਸੁਰਤ ਹਮੇਸ਼ਾ ਲਈ ਅਟਕੀ ਰਹਿੰਦੀ ਹੈ। ਅਸੀਂ ਆ ਸਰੀਰ ਨੂੰ, ਸੰਸਾਰ ਨੂੰ, ਆਪਣੇ ਪਰਿਵਾਰ ਨੂੰ, ਆਪਣੀ ਜ਼ਮੀਨ ਜਾਇਦਾਦ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਗੱਲ ਕੀ ਜੋ ਵੀ ਕੁਝ ਸੰਸਾਰ ਦੇ ਵਿੱਚ ਅਸੀਂ ਵੇਖਦੇ ਹਾਂ, ਇਹ ਇੱਕ ਕੂੜ ਦੀ ਪਾਲ ਹੈ, ਇਹ ਇੱਕ ਝੂਠ ਦੀ ਦੀਵਾਰ ਹੈ, ਇਹ ਇੱਕ ਰੇਤ ਦੀ ਕੰਧ ਹੈ। ਤੇ ਸਾਡੀ ਸੁਰਤ, ਸਾਡਾ ਧਿਆਨ ਇਹਦੇ ਵਿੱਚ ਹੀ ਹਮੇਸ਼ਾ ਲਈ ਅਟਕਿਆ ਹੋਇਆ।
ਹਾਲਾਂਕਿ ਸਤਿਗੁਰੂ ਨੇ ਬਾਰ-ਬਾਰ ਸਾਨੂੰ ਬਾਣੀ ਵਿੱਚ ਇਹ ਗੱਲ ਸਮਝਾਈ ਹੈ, ਇਹ ਜਗ ਤੂੰ ਕਾ ਪਹਾਰ, ਤੈਂ ਸਾਚਾ ਮੰਨਿਆ ਕਿਹ ਵਿਚਾਰ। ਪਰ ਸਾਡਾ ਜਿਹੜਾ ਮਨ ਹੈ ਉਹ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ। ਅਸੀਂ ਸਰੀਰ ਨੂੰ ਵੀ ਤੇ ਸੰਸਾਰ ਨੂੰ ਵੀ ਸੱਚਾ ਜਾਣਿਆ। ਇਹ ਜਿਹੜੀ ਕੂੜ ਦੀ ਪਾਲ ਹੈ, ਝੂਠ ਦੀ ਦੀਵਾਰ ਹੈ, ਇਹ ਰੇਤ ਦੀ ਕੰਧ ਹੈ, ਇਹੀ ਸਚਿਆਰ ਬਣਨ ਦੇ ਵਿੱਚ ਇੱਕ ਪ੍ਰਤੀਬੰਧਕ ਬਣੀ ਹੋਈ ਹੈ, ਇੱਕ ਰੁਕਾਵਟ ਬਣੀ ਹੋਈ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਦਿੰਦੇ ਹਨ, ਗੁਰਮੁਖੋ, ਜੇ ਤੁਸੀਂ ਸਚਿਆਰ ਬਣਨਾ ਲੋੜਦੇ ਹੋ, ਤੁਸੀਂ ਚਾਹੁੰਦੇ ਹੋ ਅਸੀਂ ਸੱਚ ਦੀ ਪ੍ਰਾਪਤੀ ਕਰ ਲਈਏ, ਅਸੀਂ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲ ਜਾਈਏ, ਤੇ ਫਿਰ ਝੂਠ ਦੀ ਦੀਵਾਰ ਨੂੰ ਤੇ ਤੋੜਨਾ ਹੀ ਪਵੇਗਾ। ਇਸ ਕੂੜ ਦੀ ਕੰਧ ਨੂੰ ਤੇ ਢਾਉਣਾ ਹੀ ਪਵੇਗਾ। ਹੁਣ ਦੂਜਾ ਸਵਾਲ ਇਹ ਕਰ ਦਿੱਤਾ, ਕਿਵ ਕੂੜਾ ਟੁੱਟੈ ਪਾਲ। ਸੱਚੇ ਪਾਤਸ਼ਾਹ, ਇਹ ਜਿਹੜੀ ਕੂੜ ਦੀ ਪਾਲ ਹੈ, ਝੂਠ ਦੀ ਦੀਵਾਰ ਹੈ, ਇਹ ਰੇਤ ਦੀ ਕੰਧ ਹੈ, ਇਹ ਕਿਵੇਂ ਟੁੱਟ ਸਕਦੀ ਹੈ? ਇਹ ਇੱਕ ਸਵਾਲ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦਾ ਸਮਾਧਾਨ ਨਾਲ ਦੀ ਅਖੀਰਲੀ ਪੰਕਤੀ ਵਿੱਚ ਕਰ ਦਿੱਤਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਗੁਰਮੁਖੋ, ਜੇ ਤੁਸੀਂ ਕੂੜ ਦੀ ਪਾਲ ਨੂੰ ਤੋੜਨਾ ਚਾਹੁੰਦੇ ਹੋ ਤੇ ਨਾਲ ਦੀ ਨਾਲ ਸੱਚ ਦੇ ਨਾਲ ਜੁੜਨਾ ਚਾਹੁੰਦੇ ਹੋ, ਤੇ ਫਿਰ ਹੁਕਮ ਰਜ਼ਾਈ ਚੱਲਣਾ। ਰਜ਼ਾਈ ਦਾ ਅਰਥ ਹੈ ਰਜ਼ਾ ਦਾ ਮਾਲਕ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਭਾਣੇ ਦਾ ਖੁਦ ਮਾਲਕ ਹੈ। ਉਸ ਨੂੰ ਰਜ਼ਾਈ ਸ਼ਬਦ ਦੁਆਰਾ ਸਤਿਗੁਰੂ ਨੇ ਸੰਬੋਧਨ ਕੀਤਾ ਹੈ। ਹੁਕਮ ਰਜਾਈ ਚੱਲਣਾ, ਉਸ ਰਜਾ ਦੇ ਮਾਲਕ, ਭਾਣੇ ਦੇ ਖੁਦ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਪਵੇਗਾ। ਤੇ ਮਹਾਰਾਜ, ਲਿਖਿਆ ਕਿੱਥੇ ਹੈ ਕਿ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਣ ਦੇ ਨਾਲ ਕੂੜ ਦੀ ਪਾਲ ਟੁੱਟ ਸਕਦੀ ਹੈ, ਝੂਠ ਦੀ ਦੀਵਾਰ ਟਹਿ ਸਕਦੀ ਹੈ? ਤਾਂ ਹਜ਼ੂਰ ਕਹਿੰਦੇ, ਨਾਨਕ ਲਿਖਿਆ ਨਾਲ। ਇਹ ਭਾਈ ਸਭਨਾ ਦੇ ਨਾਲ ਹੀ ਲਿਖਿਆ ਹੋਇਆ ਹੈ। ਭਾਵ ਜਦੋਂ ਤੋਂ ਕੋਈ ਵੀ ਮਨੁੱਖ ਸੰਸਾਰ ਦੇ ਵਿੱਚ ਜਨਮ ਧਾਰਨ ਕਰਕੇ ਆਉਂਦਾ ਹੈ ਔਰ ਉਹਦੇ ਸੰਸਕਾਰਾਂ ਦੇ ਅੰਦਰ ਇਹ ਪਹਿਲਾਂ ਗੱਲ ਵਾਹਿਗੁਰੂ ਨੇ ਲਿਖੀ ਹੋਈ ਹੈ ਬਈ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਹੈ। ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ ਨਾ, ਮਹਾਂਪੁਰਖ ਦੱਸਦੇ ਸਨ, ਉਸ ਵੇਲੇ ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਕਰਦਾ ਹੁੰਦਾ ਹੈ। ਉਹ ਸਿਮਰਨ ਸ਼ਕਤੀ ਦੇ ਆਸਰੇ ਇਸ ਨੂੰ ਆਪਣੇ 100 ਪਿਛਲੇ ਜਨਮਾਂ ਦਾ ਵੀ ਗਿਆਨ ਹੁੰਦਾ ਹੈ ਅਤੇ ਇਸ ਦੇ ਨਾਲ ਨਾਲ ਹਰ ਬੱਚੇ ਨੂੰ ਵਾਹਿਗੁਰੂ ਪਰਮੇਸ਼ਰ ਵੱਲੋਂ ਇੰਨੀ ਸੁਰੱਖਿਆ ਉੱਥੇ ਮਿਲਦੀ ਹੈ ਤੇ ਉਹਨੂੰ ਕੋਈ ਭੋਰਾ ਜਿੰਨਾ ਵੀ ਫਿਕਰ ਨਹੀਂ ਹੁੰਦਾ। ਹਾਲਾਂਕਿ ਮਾਤਾ ਦੇ ਗਰਭ ਦੇ ਵਿੱਚ ਜਠਰਾਗਨ ਅਗਨੀ ਦਾ ਵੀ ਸੇਕ ਹੁੰਦਾ ਹੈ, ਪਰ ਅਕਾਲ ਪੁਰਖ ਵਾਹਿਗੁਰੂ ਸਿਮਰਨ ਦਾ ਸਦਕਾ ਜੀਵ ਦੀ ਮਾਤਾ ਦੇ ਗਰਭ ਦੇ ਵਿੱਚ ਰੱਖਿਆ ਕਰਦਾ। ਇਸੇ ਲਈ ਤਾਂ ਸਤਿਗੁਰੂ ਨੇ ਬਾਣੀ ਵਿੱਚ ਥਾਂ ਥਾਂ ਇਹ ਗੱਲ ਸਪਸ਼ਟ ਕੀਤੀ ਹੈ, ਜੈਸੀ ਅਗਨ ਉਦਰਮੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਵੀ ਮਾਤਾ ਦੇ ਗਰਭ ਦੇ ਵਿੱਚ ਵੀ ਅੱਗ ਹੁੰਦੀ ਹੈ, ਇੱਕ ਅੱਗ ਬਾਹਰ ਵੀ ਹੈ। ਹਜ਼ੂਰ ਕਹਿੰਦੇ ਨੇ ਨਾਨਕ ਲਿਖਿਆ ਨਾਲ। ਇਹ ਸਭ ਜੀਵ ਦੇ ਨਾਲ ਹੀ ਲਿਖਿਆ ਹੋਇਆ ਹੈ ਬਈ ਤੈਨੂੰ ਭਾਣੇ ਵਿੱਚ ਚੱਲਣਾ ਪਵੇਗਾ। ਜੇ ਤੂੰ ਭਾਣੇ ਵਿੱਚ ਚੱਲੇਗਾ ਇਹਦੇ ਵਿੱਚ ਤੈਨੂੰ ਸੁੱਖ ਮਿਲੇਗਾ। ਇਹ ਸ਼ੁਰੂ ਤੋਂ ਹੀ ਸੰਸਕਾਰਾਂ ਦੇ ਵਿੱਚ ਹੀ ਇਹ ਗੱਲ ਵਾਹਿਗੁਰੂ ਨੇ ਲਿਖ ਕੇ ਭੇਜੀ ਹੈ। ਹੁਕਮ ਰਜਾਈ ਚੱਲਣਾ, ਵੀ ਉਸ ਰਜ਼ਾ ਦੇ ਮਾਲਕ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਚਾਹੀਦਾ। ਜੇ ਤੁਸਾਂ ਕੂੜ ਦੀ ਪਾਲ ਨੂੰ ਤੋੜਨਾ ਹੈ ਤੇ ਫਿਰ ਸੱਚ ਦੀ ਪ੍ਰਾਪਤੀ ਕਰਨੀ ਹੈ, ਤੁਹਾਨੂੰ ਉਸ ਵਾਹਿਗੁਰੂ ਦੇ ਭਾਣੇ ਵਿੱਚ ਉਹਦੇ ਹੁਕਮ ਦੇ ਵਿੱਚ ਚੱਲਣਾ ਪਵੇਗਾ। ਨਾਨਕ ਲਿਖਿਆ ਨਾਲ। ਹਜ਼ੂਰ ਕਹਿੰਦੇ ਹਰ ਮਨੁੱਖ ਦੇ ਨਾਲ ਹੀ ਇਹ ਲਿਖਿਆ ਹੋਇਆ ਹੈ। ਜਦੋਂ ਦਾ ਮਨੁੱਖ ਹੋਂਦ ਵਿੱਚ ਆਇਆ ਹੈ,
ਹਰ ਮਨੁੱਖ ਦੇ ਨਾਲ ਹੀ ਇਹ ਲਿਖਿਆ ਹੋਇਆ ਹੈ। ਜਾਂ ਦੂਸਰਾ, ਇਹਦੇ ਬਾਰੇ ਕਈ ਦਾਨਿਆਂ ਨੇ ਇਹ ਵੀ ਵਿਚਾਰ ਪ੍ਰਗਟ ਕੀਤੀ ਹੈ, ਨਾਨਕ ਲਿਖਿਆ ਨਾਲ। ਗੁਰਬਾਣੀ ਵਿੱਚ ਇੱਕ ਪੰਕਤੀ ਆਈ ਹੈ, ਸਿਮਰ ਗੋਬਿੰਦ ਮਨ ਤਨ ਤੁਰ ਲਿਖਿਆ। ਬਈ ਵਾਹਿਗੁਰੂ ਦਾ ਸਿਮਰਨ ਕਰੋ। ਇਹ ਹਰ ਜੀਵ ਦੇ ਮਨ ਵਿੱਚ ਵੀ ਤੇ ਤਨ ਦੇ ਵਿੱਚ ਵਾਹਿਗੁਰੂ ਨੇ ਲਿਖਤੀ ਰੂਪ ਦੇ ਵਿੱਚ ਹੁਕਮ ਪਾਇਆ ਹੋਇਆ, ਨਾਨਕ ਲਿਖਿਆ ਨਾਲ। ਸਿਮਰ ਗੋਬਿੰਦ ਮਨ ਤਨ ਤੁਰ ਲਿਖਿਆ। ਇਹ ਧੁਰ ਦਰਗਾਹ ਤੋਂ ਵਾਹਿਗੁਰੂ ਨੇ ਸਾਡੇ ਮਨ ਦੇ ਵਿੱਚ ਵੀ ਤੇ ਤਨ ਦੇ ਵਿੱਚ ਵੀ, ਭਾਵ ਸਾਡੇ ਮੱਥੇ ਤੇ ਵੀ ਤੇ ਸਾਡੇ ਮਨ ਦੇ ਅੰਦਰ ਵੀ ਵਾਹਿਗੁਰੂ ਨੇ ਲਿਖਿਆ ਹੋਇਆ ਹੈ ਬਈ ਵਾਹਿਗੁਰੂ ਦਾ ਸਿਮਰਨ ਕਰੋ। ਅਸੀਂ ਜਦੋਂ ਇਸ ਹੁਕਮ ਦੇ ਵਿੱਚ ਚੱਲਦੇ ਹਾਂ, ਇਹਦਾ ਮਤਲਬ ਇਹ ਹੈ, ਜਦੋਂ ਅਸੀਂ ਸੱਚ ਦਾ ਸਿਮਰਨ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ, ਤੇ ਹੌਲੀ ਹੌਲੀ ਅਸੀਂ ਸੱਚ ਦੇ ਨੇੜੇ ਪਹੁੰਚ ਜਾਂਦੇ ਹਾਂ। ਤੇ ਫਿਰ ਉਹਦੇ ਨਾਲ ਹੀ ਸਿਮਰਨ ਦੀ ਸ਼ਕਤੀ ਦੇ ਨਾਲ ਇਹ ਜਿਹੜੀ ਝੂਠ ਦੀ ਪਾਲ ਹੈ, ਝੂਠ ਦੀ ਦੀਵਾਰ ਹੈ, ਇਹ ਟਹਿ ਜਾਂਦੀ ਹੈ। ਹੁਣ ਸਮਝਣ ਦੇ ਲਈ ਮਹਾਂਪੁਰਖ ਇਹਦੇ ਉੱਤੇ ਕੁਝ ਉਦਾਹਰਨਾਂ ਦਿੰਦੇ ਸਨ ਵੀ ਸਾਨੂੰ ਇਸ ਗੱਲ ਦਾ ਪਤਾ ਲੱਗ ਸਕੇ ਝੂਠ ਦੀ ਦੀਵਾਰ ਕੀ ਹੈ ਤੇ ਕਿਵੇਂ ਇਸ ਨੂੰ ਤੋੜਿਆ ਜਾਂਦਾ ਹੈ, ਕਿਵੇਂ ਅਸੀਂ ਇੱਥੇ ਰੁਕੇ ਹੋਏ ਹਾਂ।